ਦੇ ਰਹਿਣ ਵਾਲੇ ਨੇ। ਇਹ ਬ੍ਰਦਰ ਦੱਸ ਰਹੇ ਨੇ ਕਿ ਇਹ ਬ੍ਰਦਰ 2015 ਦੇ ਵਿੱਚ ਇਹ ਫੌਰਨ ਗਏ ਅਤੇ ਉਸ ਜਗ੍ਹਾ ਤੇ ਜਾਣ ਦੇ ਨਾਲ ਇਹਨਾਂ ਨੂੰ ਡਰਿੰਕ ਕਰਨ ਦੀ ਆਦਤ ਪੈ ਗਈ ਔਰ 2017 ਦੇ ਵਿੱਚ ਇਹ ਬ੍ਰਦਰ ਵਾਪਸ ਆ ਗਏ, ਪਰ ਇਹਨਾਂ ਦੀ ਆਦਤ ਉਸੇ ਤਰ੍ਹਾਂ ਹੀ ਰਹੀ ਅਤੇ ਇਸ ਬ੍ਰਦਰ ਦੀ ਮੈਰਿਜ 2019 ਦੇ ਵਿੱਚ ਹੋਈ ਔਰ ਮੈਰਿਜ ਤੋਂ ਬਾਅਦ ਇਹ ਡਰਿੰਕ ਕਰਨ ਦੀ ਆਦਤ ਦੇ ਨਾਲ ਇਹਨਾਂ ਦੇ ਹਸਬੰਡ ਵਾਈਫ ਦੇ ਵਿੱਚ ਆਪਸ ਦੇ ਵਿੱਚ ਲੜਾਈ ਝਗੜਾ ਹੋਣਾ ਸ਼ੁਰੂ ਹੋ ਗਿਆ ਅਤੇ ਝਗੜਾ ਹੋਣ ਦੇ ਨਾਲ ਇਹਨਾਂ ਦੀ ਆਪਸੀ ਰਿਸ਼ਤੇ ਦੀ ਗੱਲਬਾਤ ਤਲਾਕ ਤੱਕ ਪਹੁੰਚ ਗਈ ਅਤੇ 2019 ਦੇ ਅਖੀਰ ਦੇ ਵਿੱਚ ਪਾਪਾ ਜੀ ਇਸ ਪਰਿਵਾਰ ਨੇ ਪਹਿਲੀ ਵਾਰ ਕਿਸੇ ਸਿਸਟਰ ਦੇ ਕੋਲੋਂ ਨੰਬਰ ਲੈ ਕੇ ਤੁਹਾਡੇ ਨਾਲ ਗੱਲ ਕੀਤੀ ਕਿਉਂਕਿ ਇਹਨਾਂ ਦੀ ਬੇਟੀ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਸੀ और जदों इन्हां ने प्रार्थना करवाई और इन्हां दी बेटी उसी समय नॉर्मल हो गई। उस दिन तो बाद ही ये परिवार लगातार तुहाडे नाल जुड़िया रहा। हालेलुया। मैं दे दो इन्हां दोनों दे दो एक मैं ये अपनी गवाही दसणगे अपने मुंह क्योंकि इन्हां दी गवाही सारे जने हुण अपने मनां नूं अपने हिरदे नूं खोलदे होए सुणियो। हालेलुया। सुनांगे आपां गवाही नूं बेटे की हुंदा सी जदों ड्रिंक दे नाल की प्रॉब्लम आंदी सी तुहानूं दस बेटे अपने बारे बैग चेंज कर दो दो प्रीति दा सारे ਨੂੰ ਜੈਮ ਸੀ ਜੀ। ਜਦੋਂ ਮੈਂ ਪਾਪਾ ਡਰਿੰਕ ਕਰਦਾ ਸੀ ਉਸ ਤੋਂ ਬਾਅਦ ਮੇਰੀ ਆਦਤ ਇੰਨੀ ਕੁ ਵਧ ਗਈ ਨਸ਼ੇ ਨਾਲ ਕਿ ਮੈਂ ਲੜਾਈ ਝਗੜਾ ਕਰਦਾ ਸੀਗਾ। 2015 ਦੇ ਵਿੱਚ ਮੈਂ ਫੌਰਨ ਗਿਆ ਸੀਗਾ ਤੇ 2 ਸਾਲ ਦਾ ਮੇਰਾ ਵੀਜ਼ਾ ਸੀ ਉੱਥੇ ਤੇ ਦੋਸਤ ਰਹਿਣ ਦੇ ਨਾਲ ਉੱਥੇ ਤੇ ਨਾਲ ਯਾਰ ਦੋਸਤ ਮੁੰਡੇ ਸੀ ਉਹ ਡਰਿੰਕ ਵਗੈਰਾ ਕਰਦੇ ਸੀਗੇ ਤੇ ਉਹਨਾਂ ਦੇ ਨਾਲ ਰਹਿ ਕੇ ਮੈਂ ਵੀ ਡਰਿੰਕ ਕਰਨ ਲੱਗਾ ਸੀ ਤੇ ਡਰਿੰਕ ਇੰਨੀ ਜ਼ਿਆਦਾ ਵੱਧ ਗਈ ਸੀ। ਜਦੋਂ 2017 ਦੇ ਵਿੱਚ ਮੇਰਾ ਵੀਜ਼ਾ ਪੂਰਾ ਹੋਇਆ ਤੇ ਮੈਂ ਵਾਪਸ ਆਇਆ ਇੱਧਰ ਆ ਕੇ ਵੀ ਉਹੀ ਹਾਲ ਸੰਗਤ ਦੀ ਮਾੜੀ ਸੀਗੀ। ਸਵੇਰ 6 ਵਜੇ ਮੇਰੇ ਯਾਰ ਦੋਸਤ ਮੇਰੇ ਘਰ ਆ ਕੇ ਮੈਨੂੰ ਉਠਾਉਣ ਲੱਗੇ ਸੀ ਵੀ ਚੱਲ ਉੱਠ ਚੱਲੀਏ ਆਪਾਂ। ਅਸੀਂ 3-4 ਜਣੇ ਇਕੱਠੇ ਹੋ ਕੇ ਲੁਧਿਆਣੇ ਬੱਸ ਸਟੈਂਡ ਜਾ ਕੇ ਬਹਿ ਜਾਂਦੇ ਸੀਗੇ ਤੇ ਉੱਥੇ ਜਾ ਕੇ ਅਸੀਂ ਕੁਝ ਨਹੀਂ ਕਰਨਾ ਸਿਰਫ ਡਰਿੰਕ ਕਰਨੀ। ਮੂੰਹ ਹੱਥ ਵੀ ਅਸੀਂ ਉੱਥੇ ਜਾ ਕੇ ਧੋਂਦੇ ਸੀਗੇ ਤੇ ਇਸ ਦੇ ਚੱਲਦੇ ਘਰ ਦੇ ਵੀ ਬਹੁਤ ਦੁਖੀ ਸੀਗੇ। ਸਾਡੀ ਫੈਮਿਲੀ ਵੀ ਮਤਲਬ ਮੇਰੇ ਫਾਦਰ ਸਾਹਿਬ ਸੀ ਮੇਰੇ ਮਦਰ ਸਾਹਿਬ ਸੀ ਉਹ ਵੀ ਕੋਈ ਇੰਨੇ ਅਮੀਰ ਨਹੀਂ ਸੀਗੇ, ਉਹ ਵੀ ਬਹੁਤ ਗਰੀਬ ਸੀਗੇ। ਬਸ ਉਹਨਾਂ ਦੀ ਮੇਰੇ ਉੱਪਰ ਆਸ ਸੀਗੀ ਕਿਉਂਕਿ ਸਾਰੀ ਫੈਮਿਲੀ ਵਿੱਚੋਂ ਪੜ੍ਹਿਆ ਲਿਖਿਆ ਇਕੱਲਾ ਮੈਂ ਹੀ ਸੀਗਾ। ਮੇਰੀ 2 ਸਿਸਟਰ ਨੇ ਇੱਕ ਮੇਰਾ ਬ੍ਰਦਰ ਨੇ ਬਟ ਉਹ ਇੰਨੇ ਕੰਮ ਦੇ ਮਤਲਬ ਕਾਬਿਲ ਨਹੀਂ ਸੀ ਜਿਹੜਾ ਮੈਂ ਕੰਮ ਕਰਦਾ ਸੀਗਾ। ਉਸ ਤੋਂ ਬਾਅਦ ਮੇਰਾ ਇਹ ਸਿਲਸਿਲਾ ਇੱਦਾਂ ਚੱਲਦਾ ਰਹੇਗਾ ਤੇ 2017 ਦੇ ਵਿੱਚ ਐਂਡ ਦੇ ਵਿੱਚ ਪਾਪਾ ਦੀ ਵੀ ਡੈਥ ਹੋ ਗਈ। ਉਸ ਤੋਂ ਬਾਅਦ ਵੀ ਮੈਂ ਸੁਧਰ ਜਾਣੀ ਤੇ 2019 ਦੇ ਵਿੱਚ ਫਿਰ ਮੇਰੀ ਮੈਰਿਜ ਹੋਈ। ਮੈਰਿਜ ਤੋਂ ਬਾਅਦ ਵੀ ਮੈਨੂੰ ਐਂ ਲੱਗਿਆ ਕਿ ਮੈਂ ਸੁਧਰ ਜਾਊਂਗਾ ਬਟ ਉਹ ਜੋ ਨਸ਼ਾ ਮੇਰੇ ਪਿੱਛੇ ਲੱਗਿਆ ਸੀ ਉਸ ਨੂੰ ਆਪਾਂ ਇੱਕ ਸਪਿਰਿਟ ਕਹਿ ਸਕਦੇ ਹਾਂ ਜਾਂ ਕੋਈ ਇਦਾਂ ਦੀ ਕੋਈ ਚੀਜ਼ ਕਹਿੰਦੇ ਜੋ ਮੇਰੇ ਪਿੱਛੇ ਲੱਗੀ ਸੀ। ਮੈਨੂੰ ਉਸ ਸ਼ਰਾਬ ਤੋਂ ਮਤਲਬ ਆਜ਼ਾਦੀ ਨਹੀਂ ਮਿਲ ਰਹੀ ਸੀ। ਜਿਵੇਂ ਜਿਵੇਂ ਮੇਰੀ ਮੈਰਿਜ ਹੋਈ ਉਸ ਤੋਂ ਬਾਅਦ ਮੈਂ ਵਾਈਫ ਦੇ ਨਾਲ ਸ਼ਾਮ ਨੂੰ ਡੇਲੀ ਡਰਿੰਕ ਕਰਨੀ। ਕੰਮ ਤੇ ਵੀ ਮੈਂ ਕੰਮ ਕਰਦਾ ਸੀ, ਮੈਂ ਐਜ਼ ਅ ਸੀਨੀਅਰ ਸੁਪਰਵਾਈਜ਼ਰ ਕੰਮ ਕਰਦਾ ਸੀ ਹਸਪੀਟਲ 'ਚ। ਉੱਥੋਂ ਆਉਂਦੇ ਹੁੰਦੇ ਮੈਂ ਡਰਿੰਕ ਕਰ ਲੈਣੀ, ਘਰੇ ਆ ਕੇ ਬਸ ਗਾਲੀ ਗਲੋਚ ਕਰਨੀ, ਲੜਾਈ ਝਗੜਾ ਕਰਨਾ। ਇਹ ਦਿਨੋਂ ਦਿਨ ਵੱਧਦੇ ਹੁੰਦੇ ਸੀ, ਘਟਿਆ ਨੀਗਾ ਤੇ ਇੱਥੋਂ ਤੱਕ ਨੌਬਤ ਆ ਗਈ ਸੀ ਕਿ ਅਸੀਂ ਇੱਕ ਦੂਜੇ ਤੋਂ ਤਲਾਕ ਲੈਣ ਲਈ ਵੀ ਤਿਆਰ ਹੋ ਗਏ ਸੀਗੇ। ਇਹਨਾਂ ਨੂੰ ਛੱਡ ਕੇ ਮੈਂ ਪ੍ਰੈਗਨੈਂਸੀ ਦੀ ਹਾਲਤ ਨਾਲ ਛੱਡ ਕੇ ਮੈਂ ਆਪਣੇ ਘਰ ਚਲੇ ਗਿਆ ਸੀਗਾ ਤੇ ਉਸ ਤੋਂ ਬਾਅਦ ਇਹ ਪਹਿਲੀ ਪ੍ਰਭੂ ਵਿੱਚ ਸੀਗੇ ਤੇ ਇਹਨਾਂ ਦਾ ਵਿਸ਼ਵਾਸ ਸੀ ਕਿ ਅੱਜ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਮੇਰੇ ਪਤੀ ਜ਼ਰੂਰ ਸੁਧਰਨਗੇ। ਤੇ ਇਹਨਾਂ ਨੇ 2019 ਵਿੱਚ ਸਾਡੀ ਲਾਈਫ ਦੇ ਵਿੱਚ ਪਾਪਾ ਆਏ। ਜਦੋਂ ਪਾਪਾ ਆਏ ਪਾਪਾ ਨੂੰ ਅਸੀਂ ਮਤਲਬ ਪ੍ਰੇਅਰ ਕਰਨੀ ਸਟਾਰਟ ਕੀਤੀ। ਪਾਪਾ ਨੂੰ ਆਪਣੇ ਦੁੱਖ ਦੱਸੇ, ਜਿਵੇਂ ਜਿਵੇਂ ਪਾਪਾ ਨੇ ਸਾਨੂੰ ਵਰਡ ਦਿੱਤੇ ਸਾਡੇ ਲਈ ਪ੍ਰੇਅਰ ਕੀਤੀ ਉਸ ਦੇ ਦੁਆਰਾ ਸਾਡੇ ਜੀਵਨ ਵਿੱਚ ਬਹੁਤ ਕੰਮ ਆਏ। ਤੇ ਜੋ ਮੈਂ ਇੰਨੇ ਸਮੇਂ ਤੋਂ ਨਸ਼ਾ ਕਰਦਾ ਸੀ ਇਸ ਟਾਈਮ ਮੈਂ ਉਸ ਨਸ਼ੇ ਤੋਂ ਪੂਰੀ ਤਰ੍ਹਾਂ ਆਜ਼ਾਦ ਹਾਂ। ਇਸ ਗਵਾਹੀ ਦੇ ਲਈ ਮੈਂ ਪਾਪਾ ਦਾ ਤੇ ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਕਰਦਾ। ਆਪ ਨੂੰ ਗਿਆਨ ਦਿਓ। बेटे इन्हां दा बपतिस्मा हो चुका पिछले दिनों के विच ये लगातार जुड़े पे सी पर जिन्नी देर मैनू होली स्पिरिट अगवाई नहीं ना करता कि बपतिस्मा दिता जाए। बहुत सारे बच्चों को पता मैं जल्दी बपतिस्मे का कहना नहीं, मैं उन्होंने कहना वा जो मैनू ਹੁਣ ਤੱਕ ਤੁਸੀਂ ਸਾਰਿਆਂ ਨੇ ਮੇਰੀਆਂ ਗਵਾਹੀਆਂ ਸ਼ੋਰਟ 'ਚ ਸੁਣੀਆਂ ਸੀਗੀਆਂ। ਕਦੀ ਮੇਰੇ ਐਕਸੀਡੈਂਟ ਦੀ ਗਵਾਹੀ, ਕਦੀ ਯੂਸਫ ਦੀ ਗਵਾਹੀ, ਹਨਾ। ਲੇਕਿਨ ਅੱਜ ਮੈਂ ਤੁਹਾਨੂੰ ਦੱਸੂਗੀ ਕਿ ਮੇਰੀ ਫਰਸਟ ਗਵਾਹੀ ਜਦੋਂ ਮੈਂ ਫਰਸਟ ਡੇ ਪਾਪਾ ਨੂੰ ਮਿਲੀ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ, ਠੀਕ ਹੈ। ਕਿਉਂਕਿ ਇਸ ਸਫ਼ਰ ਦੇ ਵਿੱਚ ਬਹੁਤ ਸਾਰੇ ਉਤਾਰ ਚੜਾਅ ਆਏ, ਬਹੁਤ ਸਾਰੀ ਪ੍ਰੋਬਲਮਸ ਆਈਆਂ, ਬਹੁਤ ਕੁਝ ਫੇਸ ਕੀਤਾ, ਲੇਕਿਨ ਪਰਮੇਸ਼ਰ ਨੇ ਹੁਣ ਤੱਕ ਸੰਭਾਲਿਆ ਕਿਉਂਕਿ ਪਰਮੇਸ਼ਰ ਨੇ ਸਾਨੂੰ ਇੱਕ ਦਾਸ ਇੱਕ ਨਬੀ ਦਿੱਤਾ ਜਿਸ ਦੀ ਦਇਆ ਨੇ, ਜਿਸ ਦੀ ਪ੍ਰਾਰਥਨਾਵਾਂ ਨੇ ਸਾਨੂੰ ਹੁਣ ਤੱਕ ਸੰਭਾਲਿਆ। ਇਸ ਲਈ ਮੈਂ ਅੱਜ ਜਦੋਂ ਤੁਹਾਨੂੰ ਆਪਣੀ ਗਵਾਹੀ ਦਊਂਗੀ, ਬਹੁਤ ਸਾਰੇ ਲੋਕ ਹੋ ਸਕਦਾ ਮੇਰੇ ਵਰਗੀ ਮਿਸਟੇਕ ਕਰਦੇ ਹੋਣ ਜਾਂ ਫਿਰ ਕਰਨ ਬਾਰੇ ਸੋਚਣ ਤਾਂ ਉਹ ਪਹਿਲੇ ਇਸ ਚੀਜ਼ ਨੂੰ ਸਮਝ ਲੈਣ ਕਿਉਂਕਿ ਮੇਰੀ ਗਵਾਹੀ ਜਿਹੜੀ ਹੈਗੀ ਹੈ ਉਹ ਮੈਂ ਖੁਦ ਨਹੀਂ ਬਣਾਈ, ਉਹ ਮੇਰੀ ਇੱਕ ਲਾਈਫ ਦਾ ਸਫ਼ਰ ਹੈ 2019 ਤੋਂ ਲੈ ਕੇ 2022 ਤੱਕ ਦਾ ਕਿ ਜਿਹੜਾ ਮੈਂ ਪ੍ਰੈਜ਼ੈਂਟ ਕਰਨ ਜਾ ਰਹੀ ਹਾਂ ਤੁਹਾਡੇ ਸਾਹਮਣੇ।
क्योंकि परमेश्वर ने जे मैंने इस जगह पे खड़ा किया वा, ये प्रभु की बहुत बड़ी इच्छा है। क्योंकि आज मैं गवाही टेस्टमनी जी है कि मैं आज बीज के जा रही हूँ अपनी गवाही नूं ते वड्डी टेस्टमनी नूं आने वाले दिनों दे विच मैं विश्वास करती इत्थे ही दवां। हालेलुया। 2019 ਦੇ ਵਿੱਚ ਜਦੋਂ ਮੇਰੇ ਪਾਪਾ ਮੇਰੇ ਜੀਵਨ ਦੇ ਵਿੱਚ ਆਏ, क्योंकि 2019 ਤੋਂ ਪਹਿਲੇ ਮੈਂ ਪਰਮੇਸ਼ਰ 'ਚ ਸੀਗੀ, ਸਭ ਕੁਝ ਕਰਦੀ ਸੀ, ਪ੍ਰਾਰਥਨਾ ਸਭ ਕੁਝ ਹੈ ਨਾ, ਸਭ ਕੁਝ ਹੋ ਰਿਹਾ ਸੀ, ਲਾਈਫ ਵਧੀਆ ਸੀਗੀ, ਬਹੁਤ ਸਾਰੀ ਪ੍ਰੋਬਲਮਸ ਵੀ ਆਉਂਦੀਆਂ ਸੀ, ਲੇਕਿਨ ਇੱਕ ਨਾ ਲਾਈਫ ਦੇ ਵਿੱਚ ਸਟੇਬਿਲਿਟੀ ਨਹੀਂ ਸੀ। ਹਰ ਟਾਈਮ ਟੈਨਸ਼ਨ, ਪਰੇਸ਼ਾਨੀ, ਰੋਣਾ, ਕਦੀ ਕੁਛ ਆ ਗਿਆ ਕਦੀ ਚਲਾ ਗਿਆ, ਲੇਕਿਨ ਪ੍ਰਭੂ ਦੇ ਵਿੱਚ ਮੈਂ ਬਹੁਤ ਮਜ਼ਬੂਤ ਸੀ। क्योंकि परमेश्वर ने चंगे माड़े दिन जेड़े भी आए प्रभु ने मैंने संभाल के रखा, मैं प्रभु ने नहीं छड्डिया, चाहे बहुत सारी प्रॉब्लम्स आई। 2019 जो पापा मैंने फर्स्ट टाइम मेरी कोई फ्रेंड सी जिन्हें मैंने नंबर दिता पापा का, उदों मैं पापा को फर्स्ट टाइम कॉल की थी 2019 के लास्ट के विच। उस टाइम मेरी परी नूं मतलब मेरी बेटी, क्योंकि मेरी रीमैरिज हुई है, ठीक है, मेरी एक बेटी भी है 10 साल की, ਤੇ ਉਹਨੂੰ ਸਕੈਬਿਸ ਦੀ ਪ੍ਰੋਬਲਮ ਸੀਗੀ, ਐਕਸੀਮਾ ਦੀ, ਜਿਹੜੀ ਉਹਨੂੰ 1 ਸਾਲ ਤੋਂ ਸੀਗੀ, ਜਦੋਂ 1 ਸਾਲ ਦੀ ਸੀ। ਤੇ ਉਸ ਟਾਈਮ ਜਦੋਂ ਮੈਂ ਪਾਪਾ ਨੂੰ ਮਿਲੀ ਉਹ 7-8 ਸਾਲ ਦੀ ਸੀ, 7 ਸਾਲ ਦੀ ਸੀ ਮੇ ਵੀ, ਲੇਕਿਨ ਡਾਕਟਰ ਨੇ ਕਿਹਾ ਸੀਗਾ 12 ਸਾਲ ਦੀ ਏਜ ਤੱਕ ਇੱਦਾਂ ਹੀ ਰਹਿਣਾ। ਉਹਨੂੰ ਪੂਰੀ ਬੋਡੀ ਗਲ ਜਾਂਦੀ ਸੀ, ਇੰਨੇ ਦੇ ਮੋਟੇ ਛਾਲੇ ਹੋ ਜਾਂਦੇ ਸੀ, ਜਿੰਦੇ 'ਚ ਪਸ ਭਰ ਜਾਂਦੀ ਸੀ, ਤੇ ਉਹਨੂੰ ਐਂਟੀਬਾਇਓਟਿਕ ਸਾਰਾ ਕੁਝ ਦੇਣਾ ਪੈਂਦਾ ਸੀ। ਕਿਉਂਕਿ ਮੈਨੂੰ ਪਤਾ ਮੈਂ ਮੈਡੀਕਲ ਲਾਈਨ 'ਚ ਜਿੰਨਾ ਜ਼ਿਆਦਾ ਬੱਚੇ ਨੂੰ ਐਂਟੀਬਾਇਓਟਿਕ ਦੋ ਤਾਂ ਇਮਿਊਨਿਟੀ ਸਿਸਟਮ ਸਟਰੋਂਗ ਨਹੀਂ ਰਹਿੰਦਾ, ਜਿਵੇਂ ਜਿਵੇਂ ਉਹ ਵੱਡਾ ਹੁੰਦਾ ਉਹਦੀ ਇਮਿਊਨਿਟੀ ਸਿਸਟਮ ਡਾਊਨ ਜਾਂਦੀ ਆ। ਫਿਰ ਪਾਪਾ ਤੋਂ ਮੈਂ ਫਸਟ ਟਾਈਮ ਉਹਦਾ ਪ੍ਰੇਅਰ ਕਰਾਈ ਸੀ। ਮੈਂ ਪਾਪਾ ਨੂੰ ਕਿਹਾ ਕਿ ਪਾਪਾ ਕੀ ਮੇਰੀ ਬੇਟੀ ਨੂੰ ਸਕੈਬੀਜ਼ ਐਕਸੀਮਾ ਦੀ ਪ੍ਰੋਬਲਮ ਹੈ, ਲੇਕਿਨ ਇਹ ਹਰ ਸਾਲ ਹੁੰਦੀ ਹੈ, ਔਰ ਹੁੰਦੀ ਵੀ ਬਾਰਿਸ਼ਾਂ ਦੇ ਦਿਨਾਂ ਦੇ ਵਿੱਚ ਹੈ, ਔਰ ਜਦੋਂ ਹੁੰਦੀ ਹੈ ਉਹ ਇੰਨੀ ਵੱਡੀ ਹੋ ਗਈ ਸੀ ਉਹ ਬਿਨਾਂ ਕੱਪੜਿਆਂ ਤੋਂ ਮੈਨੂੰ ਉਹਨੂੰ ਘਰੇ ਰੱਖਣਾ ਪੈਂਦਾ ਸੀਗਾ, ਕਿਉਂਕਿ ਕੱਪੜੇ ਵੀ ਉਹਦੇ ਕੰਨ ਤੇ ਨਹੀਂ ਪੈਂਦੇ ਸੀਗੇ। ਫਿਰ ਉਸ ਟਾਈਮ ਫਸਟ ਟਾਈਮ ਪਾਪਾ ਨੇ ਮੇਰੇ ਲਈ ਔਰ ਮੇਰੀ ਬੇਟੀ ਲਈ ਪ੍ਰਾਰਥਨਾ ਕੀਤੀ ਸੀਗੀ। ਜਦੋਂ ਉਹਨਾਂ ਨੇ ਪ੍ਰਾਰਥਨਾ ਕੀਤੀ ਕਿ ਜਿਹੜਾ ਡਾਕਟਰ ਨੇ ਕਿਹਾ ਸੀ 12 ਸਾਲ ਦੀ ਉਮਰ ਤੱਕ ਇਸ ਦਾ ਜਿਹੜਾ ਐਕਸੀਮਾ ਹਰ ਸਾਲ ਹੋ ਜਾਊਗਾ, ਉਹ 7 ਸਾਲ ਦੀ ਉਮਰ 'ਚ ਸਟਾਪ ਹੋ ਗਿਆ ਸੀ। ਅੱਜ ਉਹ 10 ਸਾਲ ਦੀ ਹੋ ਗਈ ਹੈ, ਉਹਨੂੰ ਕੋਈ ਐਕਸੀਮਾ ਨਹੀਂ ਹੁੰਦਾ, ਕੋਈ ਉਹਨੂੰ ਪ੍ਰੋਬਲਮ ਨਹੀਂ, ਉਹਦੀ ਬੋਡੀ ਬਿਲਕੁਲ ਸਾਫ਼ ਹੈ। ਫਸਟ ਗੋਇ ਮੇਰੀ ਇਹ ਹੈ। ਤਾਰੀਫ ਕਰੋ ਸਾਰੀ। मतलब कि सेकंड मैरिज हुई, मेरी सेकंड मैरिज हुई सीगी ते माइक ऊपर करो, ऊपर। मेरी सेकंड मैरिज हुई सीगी ਤੇ ਉਹਦੇ ਵਿੱਚ ਇਹ ਸੀ ਕਿ ਮੇਰੇ ਮਦਰ ਇਨ ਲੋ ਮੈਨੂੰ ਮਤਲਬ ਕਿ ਲਾਈਕ ਨਹੀਂ ਸੀ ਕਰਦੇ, ਸਮਝ ਲਓ ਕਿ ਮੈਂ ਪਰਮੇਸ਼ਵਰ 'ਚ ਸੀਗੀ। ਕਿਉਂਕਿ ਜਦੋਂ ਮੈਂ ਪਿੰਡ ਰਹਿੰਦੀ ਸੀਗੀ, ਉਹ ਜਦੋਂ ਵੀ ਪ੍ਰਾਰਥਨਾ ਕਰਨਾ ਜਾਂ ਇਹਨਾਂ ਨੇ ਮੇਰੇ ਨਾਲ ਸੰਡੇ ਨੂੰ ਚਰਚ ਜਾਣਾ ਤੇ ਮੰਮੀ ਕਲੇਸ਼ ਕਰ ਲੈਂਦੇ ਸੀਗੇ ਕਿ ਹਾਂ ਨਹੀਂ ਜਾਣਾ। ਪਰ ਮੈਂ ਮੰਮੀ ਨੂੰ ਕਿਹਾ ਸੀ ਕਿ ਮੰਮੀ ਮੈਂ ਪਹਿਲੇ ਹੀ ਕਿਹਾ ਸੀ ਮੈਂ ਪ੍ਰਭੂ ਨੂੰ ਨਹੀਂ ਛੱਡਣਾ, ਠੀਕ ਹੈ, ਮੈਂ ਚਰਚ ਜਾਣਾ ਮੈਂ, और जे मैं जाऊँगी तो ये जान के नाल मैं इन्नी दूरों तक लुधियाने आना, क्योंकि मेरा सौरा पिंड बहुत दूर है, क्योंकि मैं पिंड च भी कभी रही सी, मैं शहर च ही रही सी। फिर इस तरह मम्मी मतलब कि हर एतवार या मतलब कि उन्होंने कभी मतलब कि इसे गल करके ना खुंदक कटनी शुरू कर देंगे सीगे कि मैनू घर दे विच हर चीज़ मेरे तो लुकाउणी शुरू करती, राशन पानी चीज़ां हर चीज़ मतलब कि रोज़ कलेश इसे गल पिछे होना। खुद मैं जॉब करती सी, तो मैंने जॉब करने ਲਈ ਪਿੰਡੋਂ ਲੁਧਿਆਣੇ ਆਉਣਾ ਪੈਂਦਾ ਸੀਗਾ। ਫਿਰ ਉਹ ਸਾਨੂੰ ਜੌਬ ਕਰਦੇ ਕਰਦੇ ਰਾਤ ਨੂੰ ਕਈ ਵਾਰ ਲੇਟ ਹੋ ਜਾਂਦੇ ਸੀ। ਮੰਮੀ ਇਸ ਚੀਜ਼ ਨੂੰ ਲਾਈਕ ਨਹੀਂ ਕਰਦੇ ਸੀ ਕਿ ਤੁਸੀਂ 9 ਵਜੇ ਵੜਦੇ ਪਿਓ, ਕਿਉਂਕਿ ਪਿੰਡਾਂ ਦੇ ਵਿੱਚ ਸਾਰੇ 7-8 ਵਜੇ ਸੋ ਜਾਂਦੇ ਆ। ਪਰ ਮੇਰੀ ਜੌਬ ਸੀਗੀ, ਮੈਨੂੰ ਕਰਨੀ ਹੀ ਪੈਣੀ ਸੀ, ਮੈਂ ਜੌਬ ਵੀ ਨਹੀਂ ਛੱਡ ਸਕਦੀ ਸੀ। ਪਰ ਫਿਰ ਵੀ ਮੰਮੀ ਨੇ ਮਤਲਬ ਕਿ ਇੱਕ ਦਿਨ ਇੱਦਾਂ ਮਤਲਬ ਕਿ ਲੜਾਈ ਝਗੜਾ ਹੋਇਆ ਕਿ ਸਾਡੇ ਆਪਸ ਦੇ ਵਿੱਚ ਮੇਰੇ ਹਸਬੈਂਡ ਕਹਿੰਦੇ ਕਿ ਆਪਾਂ ਮਤਲਬ ਕਿ ਸੈਪਰੇਟ ਹੋ ਜਾਂਦੇ ਆ, ਕਿਉਂਕਿ ਲੁਧਿਆਣੇ ਹੀ ਸ਼ਿਫਟ ਹੋ ਜਾਂਦੇ, ਕਿਉਂਕਿ ਕੰਮ ਵੀ ਲੁਧਿਆਣੇ ਹੈ। ਤੇ ਮੰਮੀ ਨੂੰ ਵੀ ਇਹ ਸੀਗਾ ਕਿ ਹਾਂ ਇਹ ਘਰੋਂ ਚਲੇ ਜਾਣ, ਤੇ ਮੰਮੀ ਨੇ ਸ਼ਰਤ ਰੱਖਤੀ ਸੀ ਕਿ ਹਾਂ ਤੁਸੀਂ ਜਾਣਾ ਜਾਓ, ਪਰ ਮੈਂ ਤੁਹਾਨੂੰ ਇੱਕ ਚੀਜ਼ ਵੀ ਨਹੀਂ ਕਰਦੀ ਦੇਣੀ, ਤੁਸੀਂ ਜਿਵੇਂ ਆਏ ਹੋ ਉੱਦਾਂ ਚਲੇ ਜਾਓ। ਮਤਲਬ ਕਿ ਮੇਰਾ ਇੱਕ ਟੈਚੀ ਸੀਗਾ ਕੱਪੜਿਆਂ ਦਾ, ਇਹਨਾਂ ਦੇ 4 ਕੱਪੜੇ, ਤੇ ਮੰਮੀ ਨੇ ਕਿਹਾ ਕਿ ਤੁਸੀਂ ਇੱਦਾਂ ਹੀ ਚੱਲ ਜਾਓ, ਕਿ ਮੈਂ ਤੁਹਾਨੂੰ ਇੱਕ ਚਮਚ ਵੀ ਨਹੀਂ ਦੇਣਾ। ਅਸੀਂ ਇੱਦਾਂ ਹੀ ਮਤਲਬ ਕਿ ਪਿੰਡੋਂ ਦੀ ਤੁਰ ਪਏ ਸੀਗੇ, 2 ਟੈਚੀਆਂ ਦੇ ਨਾਲ 2 ਕੱਪੜਿਆਂ ਦੇ ਨਾਲ। ਇੱਥੇ ਆ ਕੇ ਵੀ ਬੜਾ ਸਰਵਾਈਵ ਕਰਨਾ ਪਿਆ, ਕਿਉਂਕਿ ਪਹਿਲੇ ਮੰਮੀ ਪਾਪਾ ਕੋਲ ਰਹਿੰਦੇ ਸੀ। ਮੰਮੀ ਪਾਪਾ ਨੇ ਬਹੁਤ ਸਪੋਰਟ ਕੀਤਾ, ਜਿੰਨਾ ਕੋ ਕਰ ਸਕਦੇ ਸੀਗੇ ਉਹਨਾਂ ਨੇ ਕੀਤਾ। ਫਿਰ ਅਸੀਂ ਇੱਥੇ ਆ ਕੇ ਰੈਂਟ ਦੇ ਉੱਤੇ ਘਰ ਲੈ ਲਿਆ। ਰੈਂਟ ਦੇ ਉੱਤੇ ਜਦੋਂ ਘਰ ਲਿਆ ਤਾਂ ਵੀ ਘਰ ਦੇ ਵਿੱਚ ਕੁਝ ਨਹੀਂ, ਸਿਰਫ ਕੱਪੜੇ, ਉਹ ਵੀ ਕੱਪੜਿਆਂ ਨੂੰ ਥੋੜੀ ਨਾ ਖਾਣਾ ਹੈ, ਰੋਟੀ ਚੂਲਾ ਬਣਾਉਣ ਲਈ ਰੋਟੀ ਨਹੀਂ, ਭਾਂਡੇ ਨਹੀਂ, ਬਿਸਤਰੇ ਨਹੀਂ, ਸੌਣ ਵਾਸਤੇ ਕੁਛ ਨਹੀਂ। ਪਰ ਪਰਮੇਸ਼ਵਰ ਦਾ ਉਦੋਂ ਵੀ ਧੰਨਵਾਦ ਕਰੀਦਾ ਸੀ, ਪ੍ਰਭੂ ਨੂੰ ਨਹੀਂ ਛੱਡਿਆ। ਮੈਂ ਕਿਹਾ ਨਹੀਂ, ਪਰਮੇਸ਼ਵਰ ਜ਼ਰੂਰ ਕੋਈ ਨਾ ਕੋਈ मतलब कि जे प्रभु ने मतलब कि मैनू आज जीवन दिता है तो परमेश्वर की कोई इहदे च इच्छा है, क्योंकि मेरे हसबैंड मेरे नाल सी उस टाइम दे उत्ते सिर्फ। फिर इस तरह जो पापा तक ये गल पहुंची, पापा नूं मैं दस्सिया कि मेरे आ सारी प्रॉब्लम्स आ रही ने, उन्होंने पता चलिया
ਫਿਰ ਉਹਨਾਂ ਨੇ ਮੈਨੂੰ ਵਰਡਸ ਦਿੱਤੇ ਕਿ ਤੈਨੂੰ ਆਉਣ ਵਾਲੇ ਦਿਨਾਂ 'ਚ ਪਰਮੇਸ਼ਰ ਕਿਸੇ ਚੀਜ਼ ਦੀ ਕਮੀ ਨਹੀਂ ਦੇਗਾ, ਕਿਸੇ ਵੀ ਚੀਜ਼ ਦੀ ਕਮੀ, ਮਤਲਬ ਕਿ ਕਿਸੇ ਵੀ ਚੀਜ਼ ਦੀ ਕਮੀ ਨਹੀਂ ਦੇਗਾ। ਤੁਸੀਂ ਸੋਚੋ ਕਿ ਮੇਰੇ ਘਰੇ ਕੁਝ ਵੀ ਨਹੀਂ ਹੁੰਦਾ ਸੀ, ਮੇਰੇ ਮੰਮੀ ਪਾਪਾ ਇੱਕ ਟਿਫਨ ਰੋਟੀ ਦਾ ਪੈਕ ਕਰਕੇ ਮੇਰੇ ਘਰ ਤੱਕ ਭੇਜ ਦਿੰਦੇ ਸੀ, ਮੇਰਾ ਬ੍ਰਦਰ ਦੇਣ ਆ ਜਾਂਦਾ ਸੀ ਜਾਂ ਅਸੀਂ ਉਹਨਾਂ ਨੂੰ ਲੈਣ ਚਲੇ ਜਾਂਦੇ ਸੀ। ਫਿਰ ਅਸੀਂ ਡਿਸਪੋਜ਼ੇਬਲ ਭਾਂਡੇ, ਕੌਲੀਆਂ, ਪਲੇਟਾਂ ਬਸ ਇਹੀ ਯੂਜ਼ ਕਰਦੇ ਸੀਗੇ। ਤੇ ਇੱਥੇ ਹੀ ਮਤਲਬ ਕਿ ਪਾਪਾ ਨੇ ਜਦੋਂ ਪ੍ਰਾਰਥਨਾ ਕਰੀ ਜਾਣੀ, ਪਰਮੇਸ਼ਰ ਤੇ ਭਰੋਸਾ ਸੀਗਾ। ਫਿਰ ਇੱਕ ਟਾਈਮ ਏਦਾਂ ਦਾ ਆ ਗਿਆ ਕਿ ਘਰ ਦੇ ਵਿੱਚ ਹੌਲੀ ਹੌਲੀ ਪਹਿਲੇ ਅਸੀਂ ਮਤਲਬ ਕਿ ਉਹ ਵਾਲਾ ਘਰ ਲਿਆ ਹੋਇਆ ਸੀਗਾ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਜਿਹਦੇ 'ਚ ਸਭ ਕੁਝ ਹੁੰਦਾ ਸੀਗਾ, ਸੌਣ ਲਈ ਬਿਸਤਰਾ, ਹਰ ਚੀਜ਼ ਹੈ ਨਾ। ਫਿਰ ਅਸੀਂ ਉਹ ਵਾਲਾ ਘਰ ਲਿਆ ਜਿਹੜਾ ਕਿ ਖਾਲੀ ਘਰ ਹੁੰਦਾ ਵਾ, ਅਸੀਂ ਫਿਰ ਉਹ ਸੈਪਰੇਟ ਘਰ ਲਿਆ। ਉਹਦੇ ਵਿੱਚ ਪਰਮੇਸ਼ਰ ਨੇ ਮੈਨੂੰ ਮਤਲਬ ਕਿ ਕੰਮ ਦੇ ਵਿੱਚ ਐਸੀ ਬਰਕਤ ਦਿੱਤੀ, ਮੈਂ ਤੇ ਮੇਰੇ ਹਸਬੰਡ ਨੇ ਕਮਾਉਣਾ ਸ਼ੁਰੂ ਕੀਤਾ। ਕੁਝ ਹੀ ਦਿਨਾਂ ਦੇ ਵਿੱਚ, ਕੁਝ ਹੀ ਮਹੀਨਿਆਂ ਦੇ ਵਿੱਚ ਅਸੀਂ ਆਪਣੇ ਘਰ ਦੀ ਇੱਕ ਇੱਕ ਚੀਜ਼ ਬਣਾਉਣੀ ਸ਼ੁਰੂ ਕੀਤੀ। ਇੱਕ ਇੱਕ ਚੀਜ਼, ਮਤਲਬ ਇੱਕ ਇੱਕ ਚੀਜ਼। ਪਾਪਾ ਨੇ ਕਹਿਣਾ ਕਿ ਅੱਜ ਤੁਹਾਡੇ ਘਰੇ ਆਹ ਚੀਜ਼ ਆ ਰਹੀ ਹੈ, ਤੁਸੀਂ ਇਸ ਚੀਜ਼ ਨਾਲ ਬਲੈਸ ਹੋ ਰਹੇ ਹੋ, ਤੈਨੂੰ ਕਦੀ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ, ਨਾ ਖਾਣ ਦੀ, ਨਾ ਪੀਣ ਦੀ, ਨਾ ਪਹਿਨਣ ਦੀ। ਔਰ ਸੱਚਮੁੱਚ ਏਦਾਂ ਹੀ ਹੋਇਆ। ਪਰਮੇਸ਼ਵਰ ਨੇ ਉਹਨਾਂ ਦਿਨਾਂ ਦੇ ਵਿੱਚ ਸਾਡੇ ਮਨ ਨੂੰ ਦੇਖਿਆ, ਕਿਉਂਕਿ ਅਸੀਂ ਪਰਮੇਸ਼ਵਰ ਨੂੰ ਨਹੀਂ ਛੱਡਿਆ। ਜੇ ਹਾਂ ਮੈਂ ਆਪਣੀ ਮੰਮਾ ਤੋਂ ਡਰ ਜਾਂਦੀ, ਮਦਰ ਇਨ ਲੋ ਤੋਂ, ਜਾਂ ਪ੍ਰਭੂ ਦੇ ਨਾਲ ਮੈਂ ਕੰਪਰੋਮਾਈਜ਼ ਕਰ ਦਿੰਦੀ, ਮੈਂ ਛੱਡ ਦਿੰਦੀ, ਪਰ ਨਹੀਂ, ਮੈਂ ਨਹੀਂ ਛੱਡਿਆ। ਫਿਰ ਹੌਲੀ ਹੌਲੀ ਤੁਸੀਂ ਮੰਨੋਗੇ ਅੱਜ ਮੇਰੇ ਘਰ ਦੇ ਵਿੱਚ ਹਰ ਇੱਕ ਚੀਜ਼ ਹੈ। LED ਮੇਰੇ ਘਰੇ ਲੱਗਿਆ, AC ਦੇ ਥੱਲੇ ਅਸੀਂ ਸੌਂਦੇ ਆ, ਘਰ ਦੇ ਵਿੱਚ ਬੈੱਡ ਹੈ, ਅਲਮਾਰੀ ਹੈ, ਬਰਤਨ ਹੈ, ਫ੍ਰਿਜ ਹੈ, ਸਭ ਕੁਝ ਹੈ। ਔਰ ਇਹ ਸਭ ਕੁਝ ਕੋਈ 6 ਲੋਕਾਂ ਨੂੰ ਤਾਂ ਸਾਲ ਦੇ ਵਿੱਚ ਮਤਲਬ 6 ਸਾਲ 10 ਸਾਲ ਲੱਗ ਜਾਂਦੇ ਆਪਣੀਆਂ ਚੀਜ਼ਾਂ ਨੂੰ ਬਣਾਉਣ ਲਈ, ਪਰ ਪਰਮੇਸ਼ਰ ਨੇ ਮੈਨੂੰ ਦਿਨਾਂ ਦੇ ਵਿੱਚ ਨਹੀਂ, ਮਹੀਨਿਆਂ ਦੇ ਵਿੱਚ ਇਹ ਚੀਜ਼ਾਂ ਦਿੱਤੀਆਂ। ਆਪਣੀ ਕਨਵੈਂਸ ਖਰੀਦੀ, अपना सब कुछ, मतलब कि जो जो वर्ड्स प्रभु के दास ने मेरे जीवन च कहे, मैं पापा नूं नहीं छड्डिया। जो जो कहते रहे मैं पापा नूं नहीं छड्डिया। मैनूं पता सी कि हाँ अगर परमेश्वर ने कोई दास, कोई नबी मेरे जीवन च भेजिया तो सब, क्योंकि मैं जदों भी रोंदी सी मैं पापा नाल फोन ते रोंदी सी, मैं किसी दे सामने नहीं रोंदी सी। मैनूं पता सी मैनूं समझण वाला कोई नहीं होना, क्योंकि विआह तो बाद असीं पेके जा नहीं सकते, सहुरे वाले ने तो घरों कट्टिया होया सीगा, तो फिर जाना कित्थे सीगा। उस टाइम दे उत्ते सिर्फ पापा सीगे। मैं उन्होंने एज अ फादर, मतलब कि दिल तो जे पापा किया तो दिल तो मन्निया। मैं पापा को हमेशा एक कहनी, मैं अपने पापा नाल नहीं कदी कदी सुख दुख सुख कीता, ते मैं कि जिन्ना दुख सुख मैं तुहाडे नाल करदी हां। मैं सिर्फ रोंदी हुंदी सी फोन करके कि हाँ जी पापा अज ये हो रहा, वो मेरे आंसुआं नूं देखदे सी, और जिन्हों मैं रोंदी सी वो दुखी जरूर हुंदे सी। दुखी हुंदे सी तां परमेश्वर सामने जांदे सी, तां परमेश्वर उन्हां दी गल्लां नूं सुण के मेरे जीवन 'च काम करदा सी। क्योंकि मेरे घर 'च जो भी कोई नवीं चीज़ आंदी सी, मैनूं पता लग जांदा सी कि ये मेरे प्यो दे द्वारा मंगी है, मेरे परमेश्वर तो, और प्रभु ने मैनूं दित्ती है। इसे तरह मेरे जीवन दे विच ये सब कुछ आया सिर्फ प्रभु दी दया और पापा दी ब्लैसिंग्स दे नाल, क्योंकि मैं परमेश्वर नूं भी नहीं छड्डिया ते मैं अपने प्यो नूं भी नहीं छड्डिया। विच वाली गल तो रह गई सी, जदों ये मैनूं छड्ड के चले गए सीगे, उदों मैं 10 दिन प्रैगनेंसी दी हालत सी, मैनूं तीसरा मंथ लगा होया सी। मैं 10 दिन अपने घरे चूल्हा नहीं बालिया, ना नहाए ना धोए, कुछ भी नहीं, बस हर टाइम रोंदे रहना कि हाँ ये मैनूं छड्ड के क्यों चले गए। क्योंकि मम्मी उत्थे जादू टूने कर देंदे सीगे, कुछ सियाणियां कोल चले जांदे सीगे, ਉਹ ਚੀਜ਼ਾਂ ਇਹਨਾਂ ਤੇ ਹਾਵੀ ਹੁੰਦੀਆਂ ਸੀ, ਕਿਉਂਕਿ ਪ੍ਰਭੂ 'ਚ ਨਹੀਂ ਸੀ। ਮੈਂ ਚਾਹੇ ਜਿੰਨੀ ਮਰਜ਼ੀ ਪ੍ਰਾਰਥਨਾ ਕਰਦੀ ਸੀ, ਪਰ ਫਿਰ ਵੀ ਉਹ ਚੀਜ਼ਾਂ ਇਹਨਾਂ ਤੇ ਅਟੈਕ ਕਰਦੀਆਂ ਸੀਗੀਆਂ। ਪਰ ਜਦੋਂ ਚਲੇ ਗਏ ਫਿਰ 10 ਦਿਨ ਤੱਕ ਮੈਂ ਰੋਂਦੀ ਰਹੀ। ਫਿਰ ਵੀ ਪਾਪਾ ਨੂੰ ਰੋਂਦੇ ਪ੍ਰਾਰਥਨਾ ਕਰੀ, ਪਾਪਾ ਉਹਨਾਂ ਨੇ ਮੈਨੂੰ ਕਿਹਾ ਮੈਂ ਤਲਾਕ ਲੈਣਾ ਤੇ ਮੈਂ ਤਲਾਕ ਲੈਣਾ ਹੈ। ਇਹਨਾਂ ਦੀ ਜਿੱਦ ਸੀ ਕਿ ਮੈਂ ਤੈਨੂੰ ਤਲਾਕ ਦੇ ਕੇ ਛੱਡਣਾ, ਮੈਂ ਤੇਰੇ ਨਾਲ ਰਹਿਣਾ ਨਹੀਂ। और मैं कहती सी कि हाँ जो मैरिज होई है तो तुसीं मैनूं छड्ड किवें सकदे हो, वधिया अच्छा खासा कमा रही हाँ, सब कुछ है, किसी चीज़ की कमी नहीं है। कमी है तो मैनूं दसो कि ना तो मेरी तुहाडे नाल कोई लड़ाई झगड़ा ना कुछ, पर इन्हां दे मन 'च एक भूत सवार सी कि मैं तो तैनूं छड्ड देना बस। फिर 10 दिन तक इदां ही रोंदे रहना, फिर रोंदे, पर किसी नूं नहीं करना फोन, फिर पापा नूं फोन कि पापा हुण दसो, हुण तां चले ही गए है ना। पापा ने फिर भी कहा कि नहीं वो वापस आऊगा। मैं कहती सी नहीं पापा वो कह रहे कि मैं छड्ड दित्ता तैनूं, कि मम्मी ने मैनूं कहता सी इहनूं बाहर भेज देना, कि तू इत्थे जो मर्जी कर, कि मैं तो अपना मुंडा फिर बाहर भेज देना। फिर मैं पापा ने कहना नहीं तू टेंशन ना ले, ये होऊगा, वो वापस आऊगा। और उन्हां दिनां 'च मैं परमेश्वर दे अगे रो रो के प्रार्थना की। हाँ मेरी प्रार्थना ने ते पापा की प्रार्थना ने काम किया। जे मैं पापा उत्ते छड्ड दिंदी कि हाँ परमेश्वर ने तो दास देते, ये प्रार्थना तो मेरे लिए कर ही रही है, तो मैं तो अपना इंजॉय करी जावांगी, तो है ना परमेश्वर काम कर दूंगा। प्रभु कभी भी काम नहीं करता,
ਜੇ ਅਸੀਂ ਪ੍ਰਭੂ ਦੇ ਦਾਸ ਤੋਂ ਬਲੇਸਿੰਗ ਲੈਣੀ, ਸਾਨੂੰ ਉਹਨਾਂ ਦੇ ਨਾਲ ਪ੍ਰਾਰਥਨਾ ਕਰਨੀ ਪੈਂਦੀ ਹੈ, ਪਰਮੇਸ਼ਰ ਨੂੰ ਸਮਾਂ ਦੇਣਾ ਪੈਂਦਾ ਹੈ, ਘੁੱਟਨੇ ਟੇਕਣੇ ਪੈਂਦੇ ਆ, ਔਰ ਪ੍ਰਭੂ ਤਾਂ ਹੀ ਕੰਮ ਕਰਦਾ ਵਾ। ਫਿਰ ਉਸ ਟਾਈਮ ਦੇ ਉੱਤੇ ਫਿਰ 10 ਦਿਨਾਂ ਬਾਅਦ 11ਵੇਂ 12ਵੇਂ ਦਿਨ ਇਹ ਆਪੇ ਹੀ ਵਾਪਸ ਆ ਗਏ ਸੀਗੇ। ਉਹ ਦਿਨ ਅੱਜ ਦਾ ਦਿਨ ਮੈਨੂੰ ਛੱਡ ਕੇ ਨਹੀਂ ਗਏ। ਹਾਲੇਲੂਇਆ। ਫਿਰ ਉਸ ਤੋਂ ਬਾਅਦ ਹਾਂ ਮੇਰਾ ਐਕਸੀਡੈਂਟ ਵੀ ਹੋਇਆ ਸੀਗਾ। ਐਕਸੀਡੈਂਟ ਵਾਲੀ ਗੱਲ ਤਾਂ ਰਹੇਗੀ ਕਿ ਜਦੋਂ ਆਪਣਾ ਲਾਸਟ 2021 ਦੇ ਵਿੱਚ ਮੇਰਾ ਐਕਸੀਡੈਂਟ ਹੋਇਆ ਕਿ ਜਦੋਂ ਮੈਂ ਵਰਕਿੰਗ ਤੋਂ ਆ ਰਹੀ ਸੀਗੀ ਤੇ ਅਸੀਂ ਬਾਈਕ ਤੇ ਸੀਗੇ, ਬਹੁਤ ਸਲੋ ਸਪੀਡ ਤੇ ਸੀਗੇ ਤੇ ਪਿੱਛੋਂ ਗੱਡੀ ਨੇ ਆ ਕੇ ਮਾਰਿਆ ਤੇ ਇਹ ਇੱਧਰ ਗਿਰ ਗਏ। ਮੈਂ ਉੱਠਣ ਹੀ ਲੱਗੀ ਸੀ, ਗੱਡੀ ਮੇਰੇ ਉੱਪਰੋਂ ਚੈਸਟ ਦੇ ਉੱਤੋਂ ਹੀ ਲੰਘ ਗਈ, ਪੂਰਾ ਟਾਇਰ ਚੈਸਟ ਦੇ ਉੱਤੋਂ ਦੀ ਮੇਰੇ ਨਿਕਲ ਗਿਆ। ਤੇ ਜਦੋਂ ਮੇਰੇ ਟਾਇਰ ਨਿਕਲ ਰਿਹਾ ਸੀ ਉਸ ਟਾਈਮ ਮੇਰੇ ਮੂੰਹ 'ਚ ਇੱਕੋ ਗੱਲ ਸੀ ਕਿ ਪਰਮੇਸ਼ਰ ਤੇਰੀ ਮਰਜ਼ੀ ਪੂਰੀ ਹੋਵੇ, ਕਿਉਂਕਿ ਮੇਰੇ ਬੱਚੇ ਘਰ ਨੇ। ਉਹਦਾ ਵੀ ਯੂਸਫ ਪਰ ਇਕੱਲੇ ਹੀ ਘਰ ਸੀ। ਅਸੀਂ ਬਿਲਕੁਲ ਘਰ ਦੇ ਕੋਲ ਪਹੁੰਚ ਗਏ ਸੀ ਜਦੋਂ ਇੰਨਾ ਵੱਡਾ ਐਕਸੀਡੈਂਟ ਹੋਇਆ। ਉਹ ਗੱਡੀ ਜਦੋਂ ਨਿਕਲੀ ਮੈਂ ਕਿਹਾ ਪ੍ਰਭੂ ਤੇਰਾ ਧੰਨਵਾਦ ਹੈ, ਤੇਰੀ ਇੱਛਾ ਪੂਰੀ ਹੋਵੇ, ਮੇਰੇ ਬੱਚੇ ਘਰ ਨੇ। ਕਿਉਂਕਿ ਉਸ ਟਾਈਮ ਮੈਨੂੰ ਲੱਗ ਰਿਹਾ ਸੀ ਟਾਇਰ ਨਿਕਲ ਗਿਆ ਤੇ ਹੁਣ ਤਾਂ ਮੈਂ ਬਚਣਾ ਨਹੀਂ, ਕਿਉਂਕਿ ਪਸਲੀਆਂ ਸਾਰੇ ਟੁੱਟੀਆਂ, ਪੂਰੀ ਚੈਸਟ ਆ ਹਾਫ ਹਿੱਸਾ ਮੂਵ ਵੀ ਨਹੀਂ ਹੋ ਰਿਹਾ ਸੀ। ਤੁਸੀਂ ਮੰਨੋਗੇ ਉਸ ਟਾਈਮ ਦੇ ਉੱਤੇ ਵੀ ਪਰਮੇਸ਼ਰ ਦਾ ਨਾਮ ਲੈ ਰਹੀ ਸੀ। ਔਰ ਉਸ ਟਾਈਮ ਦੇ ਉੱਤੇ ਇਹਨਾਂ ਨੇ ਸਭ ਤੋਂ ਪਹਿਲੇ ਪਾਪਾ ਨੂੰ ਫੋਨ ਕੀਤਾ ਕਿ ਹਾਂਜੀ ਇੰਨਾ ਵੱਡਾ ਐਕਸੀਡੈਂਟ ਹੋ ਗਿਆ। ਔਰ ਪਾਪਾ ਇਸ ਟਾਈਮ ਦੇ ਉੱਤੇ ਹੈਰਾਨ ਸੀਗੇ ਇਹ ਕਿਵੇਂ ਹੋ ਗਿਆ, ਕਿਉਂਕਿ ਇਹਦੇ ਵਿੱਚ ਵੀ ਪ੍ਰਭੂ ਦੀ ਇੱਕ ਇੱਛਾ ਸੀ। ਐਕਸੀਡੈਂਟ ਦਾ ਹੋਣਾ ਵੀ ਮੇਰੇ ਲਈ ਇੱਕ ਬਹੁਤ ਵੱਡੀ ਬਲੈਸਿੰਗ ਹੀ ਸੀਗੀ, ਠੀਕ ਹੈ, ਕਿਉਂਕਿ ਜੇ ਐਕਸੀਡੈਂਟ ਹੁੰਦਾ ਤਾਂ ਟਾਇਰ ਲੰਘ ਜਾਣਾ, ਬੰਦਾ ਨਹੀਂ ਬਚਦਾ। ਔਰ ਮੈਂ ਤੁਹਾਡੇ ਸਾਹਮਣੇ ਖੜੀ ਹਾਂ ਪੂਰੀ ਤਰ੍ਹਾਂ ਦੇ ਨਾਲ ਠੀਕ ਠਾਕ ਆ, ਕੋਈ ਪ੍ਰੋਬਲਮ ਨਹੀਂ ਹੈ, ਸਭ ਕੁਝ ਵਧੀਆ ਹੈ। ਤੇ ਪਾਪਾ ਉਦੋਂ ਵੀ ਮੈਨੂੰ ਡਾਕਟਰਸ ਨੇ ਇਹ ਕਿਹਾ ਸੀਗਾ ਕਿ ਹਾਂ ਹੁਣ 3-4 ਮਹੀਨੇ ਦੇ ਲਈ ਤਾਂ ਤੁਸੀਂ ਬੈੱਡ ਰੈਸਟ ਤੇ ਹੋ, ਕਿਉਂਕਿ ਘਰੇ ਪੇਸ਼ੈਂਟ ਬੈੱਡ ਲੱਗਿਆ ਹੋਇਆ ਸੀ। ਉਹ ਮਤਲਬ ਕਿ ਮੂਵ ਕਰਕੇ ਮੈਨੂੰ ਉਠਾਉਂਦੇ ਸੀਗੇ, ਮੂਵ ਕਰਕੇ ਬਿਠਾਉਣਾ, ਤੇ ਮੈਂ ਆਪਣੇ ਬੱਚੇ ਨੂੰ ਨਹੀਂ ਕੈਰੀ ਕਰ ਪਾਉਂਦੀ ਸੀ ਕਿਉਂਕਿ ਯੂਸਫ ਉਦੋਂ ਬਹੁਤ ਛੋਟਾ ਸੀਗਾ, ਉਹਨੂੰ ਵੀ ਨਹੀਂ ਮੈਂ ਚੱਕ ਪਾਉਂਦੀ ਸੀ ਕਿਉਂਕਿ ਮੇਰੀ ਚੈਸਟ ਹਾਫ ਹਿੱਸਾ ਤਾਂ ਮੂਵ ਹੀ ਨਹੀਂ ਹੁੰਦਾ ਸੀਗਾ। ਤੇ ਉਸ ਟਾਈਮ ਪਾਪਾ ਦੇਖ ਲਓ ਉਸ ਟਾਈਮ ਉੱਥੋਂ ਦੀ ਲੁਧਿਆਣੇ ਪਹੁੰਚੇ ਆਪਣੀ ਗੱਡੀ ਦੇ ਵਿੱਚ, ਮਤਲਬ ਕਿ ਇੱਕ ਫੋਨ ਜਾਣ ਦੇ ਉੱਤੇ ਹੀ ਕਿ ਉਸ ਟਾਈਮ ਵਕਤ ਪਾਪਾ ਮੈਂ ਹਸਪੀਟਲ ਮੇਰੇ ਪ੍ਰੈਜ਼ੈਂਟ ਸੀਗੇ। ਆ ਕੇ ਉਹਨਾਂ ਨੇ ਪ੍ਰਾਰਥਨਾ ਕੀਤੀ, ਮਤਲਬ ਕਿ ਮੈਨੂੰ ਨਹੀਂ ਪਤਾ ਪਾਪਾ ਨੇ, ਮੈਨੂੰ ਪਤਾ ਕਿ ਉਹ ਮੇਰੀ ਉਸ ਦਸ਼ਾ ਨੂੰ ਦੇਖ ਕੇ ਰੋਏ ਵੀ ਹੋਣਗੇ, ਪਰੇਸ਼ਾਨ ਵੀ ਹੋਏ ਹੋਣਗੇ, ਸਭ ਕੁਝ ਹੋਇਆ, ਕਿਉਂਕਿ ਮੈਨੂੰ ਪਤਾ ਕਿ ਜਿੰਨਾ ਮੈਨੂੰ ਪਿਆਰ ਕਰਦੇ ਨੇ, ਜਿੰਨਾ ਮੈਨੂੰ ਪ੍ਰਭੂ ਪਿਆਰ ਕਰਦਾ ਵਾ ਉਦਾਂ ਹੀ ਮੈਨੂੰ ਪ੍ਰਭੂ ਦਾਸ ਵੀ ਉਨਾ ਹੀ ਪਿਆਰ ਕਰਦਾ, ਮੇਰਾ ਪਿਓ ਵੀ ਉਨਾ ਹੀ ਪਿਆਰ ਕਰਦਾ ਵਾ। ਤੇ ਡਾਕਟਰ ਨੇ ਕਿਹਾ ਸੀ 3-4 ਮਹੀਨੇ ਤੱਕ ਉੱਠ ਨਹੀਂ ਪਾਣਾ, ਪਰ ਮੈਂ ਪਾਪਾ ਨੂੰ ਫੋਨ ਤੇ ਫਿਰ ਰੋਈ ਜਾਂਦੀ ਆ, ਪਾਪਾ ਕੀ ਹਾਂਜੀ ਮੇਰੇ ਤਾਂ ਡਿਊਟੀ ਤੋਂ ਬਿਨਾਂ ਤਾਂ ਰੈਂਟ ਕੌਣ ਦਊਗਾ, ਅਸੀਂ ਤਾਂ ਦੋਨੋਂ ਘਰ ਬਹਿ ਜਾਗੇ, ਖਰਚੇ ਕੌਣ ਕਰੂਗਾ, ਸਾਰਾ ਕੁਝ ਮੈਨੇਜ ਹੀ ਨਹੀਂ ਹੋਣਾ। 4 ਮਹੀਨਿਆਂ ਦੇ ਵਿੱਚ 4 ਮਹੀਨੇ ਦਾ ਕਿਰਾਇਆ ਬਹੁਤ ਹੋ ਜਾਣਾ, ਸਾਨੂੰ ਤਾਂ ਦੇਣ ਵਾਲਾ ਵੀ ਕੋਈ ਨਹੀਂ, ਨਾ ਪੇਕਿਆਂ ਚੋਂ ਨਾ ਸਹੁਰਿਆਂ ਚੋਂ, ਅਸੀਂ ਕਿੱਥੇ ਜਾਵਾਂਗੇ। ਪਾਪਾ ਨੇ ਉਦੋਂ ਹੀ ਵਰਡ ਦਿੱਤੇ ਕਿ ਤੂੰ ਟੈਨਸ਼ਨ ਨਾ ਲੈ, ਪਰਮੇਸ਼ਰ ਤੈਨੂੰ ਦਿਨਾਂ 'ਚ ਹੀ ਖੜਾ ਕਰੇਗਾ। ਔਰ ਤੁਸੀਂ ਸੱਚ ਮੰਨੋਗੇ ਪਰਮੇਸ਼ਰ ਨੇ 4 ਮਹੀਨਿਆਂ ਦੇ ਵਿੱਚੋਂ 15 ਦਿਨਾਂ ਦੇ ਵਿੱਚ ਮੈਨੂੰ ਬੈੱਡ ਤੋਂ ਖੜਾ ਕੀਤਾ, 15 ਦਿਨਾਂ ਦੇ ਵਿੱਚੋਂ। ਤੇ ਮੈਂ ਦੱਸ ਰਹੀ ਸੀਗੀ ਤੇ ਮੈਂ ਏਦਾਂ ਹੀ ਨਾ ਟਾਈਪ ਦੇ ਦਿੰਦੀ ਹੁੰਦੀ ਸੀਗੀ, ਇਹ ਨਹੀਂ ਕਿ ਮੈਂ ਕੋਈ ਮਤਲਬ ਕਿ ਏਦਾਂ ਆਪਣੇ ਮਨ ਦੀ ਪਲੈਨਿੰਗ ਨਾ ਦਿੰਦੀ ਸੀ, ਨਹੀਂ ਮੈਨੂੰ ਤਾਂ ਪਾਪਾ ਐਵੇਂ ਕਹੀ ਜਾਂਦੇ ਨੇ, ਖਰੇ ਪਤਾ ਨਹੀਂ ਇਹਨਾਂ ਨੇ ਆਪਣੀ ਜੇਬ 'ਚ ਪੈਸੇ ਪਾਣੇ ਆ, ਪਰ ਪਾਪਾ ਹਮੇਸ਼ਾ ਵਚਨ 'ਚ ਸਮਝਾਉਂਦੇ ਸੀਗੇ। ਔਰ ਇਹ ਮੇਰੀ ਗਲਤੀ ਇੰਨੀ ਵੱਡੀ ਸੀ, ਮੈਨੂੰ ਕਹਿੰਦੇ ਸੀ, ਮੈਂ ਸਮਝਦੀ ਅਸੀਂ ਸਮਝਦੇ ਆ ਕਿ ਜਿਹੜੀ ਸਾਨੂੰ ਜੌਬ ਮਿਲਦੀ ਹੈ, ਜੋ ਅਹੁਦਾ ਮਿਲਦਾ ਵਾ, ਜੋ ਪਲੇਟਫਾਰਮ ਮਿਲਦਾ, ਉਹ ਆਪਣੇ ਐਕਸਪੀਰੀਅੰਸ ਤੇ ਆਪਣੀ ਐਜੂਕੇਸ਼ਨ ਦੇ ਨਾਲ ਮਿਲਦਾ। ਪਰਮੇਸ਼ਰ ਨੇ ਉਹ ਵੀ ਸਾਫ਼-ਸਾਫ਼ ਕਰ ਦਿੱਤਾ ਕਿ ਹਾਂ ਕਿ ਜੇ ਤੈਨੂੰ ਐਜੂਕੇਸ਼ਨ ਵੀ ਹੈ, ਤੂੰ ਐਜੂਕੇਟਿਡ ਹੈ, ਐਕਸਪੀਰੀਅੰਸਡ ਹੈ, ਪਰ ਜੇ ਮੈਂ ਆਪਣੀ ਆਈ ਤੇ ਆਵਾਂ ਤਾਂ ਤੇਰੇ ਲਈ ਉਹ ਸਭ ਮਿੱਟੀ ਹੈ। ਏਦਾਂ ਹੀ ਹੋਇਆ 3 ਮਹੀਨਿਆਂ ਤੋਂ ਅਸੀਂ ਵਿਹਲੇ ਆ, 3 ਮਹੀਨੇ ਹੋ ਗਏ ਘਰੇ ਬੈਠੇ ਹੋਏ ਆ, ਕੋਈ ਨੌਕਰੀ ਨਹੀਂ ਮਿਲ ਰਹੀ। 8 ਸਾਲ ਦੀ ਐਕਸਪੀਰੀਅੰਸ ਹੈ ਮੈਡੀਕਲ ਲਾਈਨ ਦਾ, ਫੇਲ ਹੋ ਗਿਆ, ਐਜੂਕੇਸ਼ਨ ਫੇਲ ਹੋ ਗਈ। ਤਾੜਨਾ ਕੀ ਹੈ ਕਿ ਪ੍ਰਭੂ ਤੋਂ ਮੈਂ ਮੰਗਿਆ ਸੀ, ਪ੍ਰਭੂ ਮੈਨੂੰ 25,000 ਦੀ ਜੌਬ ਦੇਗਾ, ਮੈਂ ਤੈਨੂੰ ਆਪਣਾ ਦਸਵਾਂਸ਼ ਦਊਂਗੀ, ਠੀਕ ਹੈ ਨਾ। ਪਰ ਜਦੋਂ 25,000 ਦੀ ਅਕਾਊਂਟ ਜਾਣਾ ਸ਼ੁਰੂ ਹੋਇਆ, ਪ੍ਰਭੂ ਨੇ ਸਾਲ ਦੇਖਿਆ, 1.5 ਸਾਲ ਦੇਖਿਆ, 2 ਸਾਲ ਦੇਖਿਆ, ਅਖੀਰ ਚ ਤੁਹਾਨੂੰ ਪਤਾ ਹੀ ਹੈ ਫਿਰ ਪਾਪਾ ਨੇ ਕੀ ਕਿਹਾ, ਘੁਮਾ ਕੇ ਫਿਰ ਪਰਮੇਸ਼ਰ ਦੱਸੂਗਾ ਨਾ ਕਿ ਹਾਂ ਸਾਡੀ ਗਲਤੀ ਕੀ ਹੈ। ਏਦਾਂ ਹੀ ਹੋਇਆ ਕਿ ਨਾ ਮੈਂ 1000 ਰੁਪਏ ਕੱਢਣ ਲੱਗੀ, ਸਾਲ ਦੇਖਿਆ, 1.5 ਸਾਲ ਦੇਖਿਆ, ਮਹੀਨੇ ਦੇਖੇ, 2 ਸਾਲ ਹੋ ਗਏ ਜੌਬ ਕਰਦੇ ਆके जॉब स्टॉप ऐसी स्टॉप ऐसा पंगा पिया कंपनी च ऐसा पंगा पिया कि सर्विस सुधरन दे ना है बड़ा बोले वो लेटर बहुत कुछ होया है ना। एंड ऑफ द डे मैं की क्या मैं रिजाइन दे देना, मैं कंपनी च काम नहीं करनी, मेरे तो कंपनियां बथेरियां ने, ठीक है कि नहीं। मेरे तो 8 साल का एक्सपीरियंस है मेडिकल लाइन में, मैंने कंपनियां तो हंस के रखनियां, तुसीं 25,000 देंदे मैनूं 30,000 मिलूगा है ना। ਆਪਾਂ ਮਨ 'ਚ ਸੋਚ ਲੈਂਦੇ ਹਾਂ ਨਾ
ਏਦਾਂ ਹੀ ਮੈਂ ਵੀ ਸੋਚ ਲਿਆ। ਹੋਇਆ ਕਿ ਉਧਰੋਂ ਤਾਂ ਰਿਜ਼ਾਈਨ ਦੇਤਾ, ਇਧਰੋਂ ਇਹਨਾਂ ਦਾ ਵੀ ਰਿਜ਼ਾਈਨ ਦਵਾਤਾ, ਕਿਉਂਕਿ ਅਸੀਂ ਦੋਨੋਂ ਸੇਮ ਕੰਪਨੀ 'ਚ ਸੀ। ਇਹ ਵੀ ਗਏ, ਮੈਂ ਵੀ ਗਈ। 3 ਮਹੀਨੇ ਹੋ ਗਏ ਸੀ ਵਿਹਲੇ ਆ। 3 ਮਹੀਨਿਆਂ ਦੇ ਵਿੱਚ ਮੈਂ ਮੇਰੇ ਕੋਲ 300 ਜਗ੍ਹਾ ਦੇ ਉੱਤੇ ਨਾ ਆਪਣਾ ਰਿਜ਼ਿਊਮ ਸੈਂਡ ਕਰਤੇ ਇੰਟਰਵਿਊ ਦੇ ਲਈ। ਮੈਨੂੰ ਕੋਈ ਨਹੀਂ ਰੱਖਦਾ ਪਿਆ, ਕੋਈ ਨਹੀਂ ਰੱਖਦਾ ਪਿਆ ਮੈਨੂੰ। ਹਰ ਕੋਈ ਰਿਜੈਕਸ਼ਨ, ਇਹ ਜਿੱਦਾਂ ਵੀ ਮੈਸੇਜ ਕਰਦੇ ਕਾਲ ਕਰਦੇ ਰਿਜੈਕਸ਼ਨ, ਕਿਤੋਂ ਵੀ ਕੋਈ ਕੰਪਨੀ ਨਹੀਂ ਕਰਦੀ। ਕਿਉਂ? ਕਿਉਂਕਿ ਪਰਮੇਸ਼ਰ ਦੇ ਨਾਲ ਗਲਤੀ ਕੀਤੀ ਹੈ ਨਾ। ਫਿਰ ਮੈਨੂੰ ਚੇਤੇ ਆਇਆ, ਫਿਰ ਪਾਪਾ ਨੂੰ ਕਿਹਾ ਪਾਪਾ ਇਹ ਕਿਉਂ ਹੋ ਰਿਹਾ, ਮੇਰੀ ਗਲਤੀ ਕਿੱਥੇ ਹੈ ਕਿ ਮੈਂ ਤਾਂ ਪਰਮੇਸ਼ਰ ਨੂੰ ਦੇ ਰਹੀ ਸੀਗੀ, ਮੈਂ ਕੰਮ ਵੀ ਕਰ ਰਹੀ ਸੀ, ਹੁਣ ਕਿੱਥੇ ਗਲਤੀ ਹੈ। ਪਾਪਾ ਨੇ ਕਿਹਾ ਯਾਦ ਕਰ, ਮੈਂ ਤੈਨੂੰ ਕੀ ਸਮਝਾਇਆ ਸੀ। ਫਿਰ ਜਦੋਂ ਯਾਦ ਕੀਤਾ ਫਿਰ ਅੱਖਾਂ ਝੁਕ ਗਈਆਂ ਕਿ ਨਹੀਂ ਹੁਣ ਤਾਂ ਪਾਪਾ ਨਾਲ ਅੱਖਾਂ ਮਿਲਾ ਨਹੀਂ ਸਕਦੇ ਵੀ ਉਹਨਾਂ ਨੇ ਤਾਂ ਸਹੀ ਕਿਹਾ ਸੀਗਾ ਕਿ ਆਪਣੇ ਦਸਵਾਂਸ਼ ਤੇ ਆਪਣੇ ਭੇਟਾਂ ਨੂੰ ਲੈ ਕੇ ਆਓ, ਇਮਾਨਦਾਰੀ ਨਾ ਕੱਢੋ। ਫਿਰ ਵਚਨ ਨੂੰ ਪੜਿਆ, ਪਾਪਾ ਨੇ ਕਿਹਾ ਵਚਨ ਪੜੋ, ਵਚਨ 'ਚ ਸਾਫ਼-ਸਾਫ਼ ਲਿਖਿਆ ਸੀ ਤੁਸੀਂ ਦਸਵਾਂਸ਼ ਦੀ ਚੋਰੀ ਕਰ ਰਹੇ ਹੋ, ਤੁਸੀਂ ਮੇਰੀਆਂ ਦਿੱਤੀਆਂ ਚੀਜ਼ਾਂ ਦੇ ਨਾਲ ਹੇਰ-ਫੇਰ ਕਰ ਰਹੇ ਹੋ। ਜਦੋਂ ਪੜਿਆ ਫਿਰ ਪਾਪਾ ਨੂੰ ਫਿਰ ਫੋਨ ਆਇਆ, ਮੈਂ ਕਿਹਾ ਗਲਤੀ ਪਤਾ ਲੱਗ ਗਈ ਕਿ ਹਾਂ ਸੱਚਮੁੱਚ ਨਾ ਮੈਂ ਗਲਤੀ ਕੀਤੀ ਹੈ ਤੇ ਨਾਲੇ ਇਹਨਾਂ ਤੋਂ ਵੀ ਗਲਤੀ ਮੈਂ ਹੀ ਕਰਾਈ ਹੈ ਕਿ ਮੈਂ 1000 ਦਿੰਦੀ ਸੀ, 1000 ਵੀ ਨਹੀਂ ਦਿੰਦੇ ਸੀਗੇ, ਠੀਕ ਹੈ। ਪਰ ਫਿਰ ਨਾ ਮੈਂ ਪਾਪਾ ਅੱਜ ਤੋਂ ਬਾਅਦ ਮੈਂ ਗਲਤੀ ਕਰੂੰਗੀ, ਪਲੀਜ਼ ਮੈਨੂੰ ਹੁਣ ਮਾਫੀ ਚਾਹੀਦੀ। ਮੈਨੂੰ 3 ਮਹੀਨੇ ਹੋ ਗਏ, ਮੇਰਾ ਰੈਂਟ ਪੈਂਡਿੰਗ ਹੈ, ਦੁੱਧ ਪਾਣਾ ਬੰਦ ਕਰੀ ਜਾ ਰਿਹਾ, ਖਰਚੇ ਸਾਰੇ ਚੱਲ ਰਹੇ ਹੈ। ਪਰਮੇਸ਼ਰ ਨੇ ਮੇਰੀ 3 ਮਹੀਨਿਆਂ ਵਿੱਚ ਇੱਕ ਵੀ ਚੀਜ਼ ਦੀ ਕਮੀ ਨਹੀਂ ਦਿੱਤੀ, ਰੋਜ਼ੀ ਰੋਟੀ ਹਰ ਚੀਜ਼, ਚਿਕਨ ਵਗੈਰਾ ਸਭ ਕੁਝ ਖਾ ਰਿਹਾ, ਕਿਸੇ ਚੀਜ਼ ਦੀ ਕਮੀ ਨਹੀਂ ਹੈ। ਇਹ ਵੀ ਨਹੀਂ ਪਤਾ ਪੈਸਾ ਕਿੱਥੋਂ ਆ ਰਿਹਾ, ਕੌਣ ਦੇ ਰਿਹਾ ਵਾ। ਪਰ ਫਿਰ ਵੀ ਜੌਬ ਨਹੀਂ ਹੈਗੀ, ਇੱਕ ਬਦਲੀ ਤਨਖਾਹ ਕਿਸੇ ਦਾ ਸੈਲਰੀ ਅਕਾਊਂਟ ਖਾਲੀ ਹੋ ਗਈ। ਪਰ ਪਤਾ ਚੱਲਿਆ ਕਿ ਜੇ ਨੌਕਰੀ ਮਿਲੀ ਸੀ ਇਹ ਵੀ ਯਹੋਵਾ ਵੱਲੋਂ ਮਿਲੀ ਸੀ, ਇੱਕ ਪਲੇਟਫਾਰਮ ਮਿਲਿਆ ਸੀ ਇਹ ਵੀ ਪਰਮੇਸ਼ਰ ਵੱਲੋਂ ਦਿੱਤਾ ਗਿਆ ਸੀ। ਪ੍ਰਭੂ ਨੇ ਮੈਨੂੰ ਦਿਖਾਇਆ ਕਿ ਤੇਰੀ ਐਜੂਕੇਸ਼ਨ, ਤੇਰੀਆਂ ਸਭ ਚੀਜ਼ਾਂ ਫੇਲ ਨੇ ਮੇਰੇ ਅੱਗੇ, ਸੱਚਮੁੱਚ ਉਹ ਫੇਲ ਹੀ ਨੇ। और मैं इस चीज को मान लिया कि प्रभु सही कहा कि हाँ तेरे दास ने सही कहा। आप ना आजकल एवं करते हैं, आप अपने दास को लाने प्रार्थना कराने, प्रार्थना करा के परमेश्वर के उत्ते जिवें ना आप कहने कि हाँ पापा जिवें कि चमत्कार ही कर देन कि जिवें बाबे कहते ना जाओ जाके है ना मैं प्रार्थना करती तुसीं ठीक हो जाओगे। सारे आंदे तो है, ਅਸੀਂ ਸਾਰੇ ਜਣੇ ਆਪਣੇ ਦਾਸ ਕੋਲ ਆਉਂਦੇ ਆ, ਪ੍ਰਾਰਥਨਾਵਾਂ ਕਰਾਉਂਦੇ ਆ, ਪਰ ਪਰਮੇਸ਼ਰ ਦੇ ਦਾਸ ਜੋ ਆਪਾਂ ਨੂੰ ਸਮਝਾਉਂਦੇ ਆ ਉਹ ਅਸੀਂ ਫੋਲੋ ਹੀ ਨਹੀਂ ਕਰਦੇ। ਮੈਂ ਵੀ ਨਹੀਂ ਕੀਤਾ, ਜਦ ਕਿ ਮੇਰਾ ਪਿਓ ਹੈ ਮੈਂ ਵੀ ਨਹੀਂ ਕੀਤਾ। ਮੈਂ ਵੀ ਕਿਤੇ ਨਾ ਕਿਤੇ ਅਣਗਹਿਲੀ ਕਰ ਲਈ, ਹਨਾ। ਇੱਕ ਜਾਣਬੁੱਝ ਕੇ ਨਹੀਂ, ਮੈਂ ਮਤਲਬ ਕਿ ਇੱਕ ਅਣਗਹਿਲੀ ਹੋ ਗਈ, ਮੇਰੇ ਤੋਂ ਗਲਤੀ ਹੋ ਗਈ ਤੇ ਮੈਂ ਉਹ ਗਲਤੀ ਨੂੰ ਐਕਸੈਪਟ ਕੀਤਾ। ਇਹ ਨਹੀਂ ਹੈ ਕਿ ਹਾਂ ਮੈਂ ਗਲਤੀ ਹੋ ਗਈ, ਮੈਂ ਕਿਹਾ ਨਹੀਂ ਏਦਾਂ ਮੈਂ ਆਪਣੇ ਆਪ ਨੂੰ ਉੱਚਾ ਕੀਤਾ, ਨਹੀਂ ਮੈਂ ਆਪਣੇ ਆਪ ਨੂੰ ਨੀਵਾ ਕੀਤਾ। ਪਰਮੇਸ਼ਰ ਦੇ ਸਾਹਮਣੇ, ਪਾਪਾ ਸਾਹਮਣੇ, ਪਾਪਾ ਨੂੰ ਕਿਹਾ ਪਾਪਾ ਗਲਤੀ ਹੈ। ਅਸੀਂ ਨਾ ਜਦੋਂ ਇਹ ਸੋਚ ਲੈਂਦੇ ਕਿ ਹਾਂ ਜਿਹੜੇ ਸਾਡੇ ਪੈਸੇ ਪ੍ਰਭੂ ਜੇਬ ਦਾਸ ਦੀ ਜੇਬ 'ਚ ਜਾਣੇ ਆ, ਨਹੀਂ ਉਹ ਪਰਮੇਸ਼ਰ ਦੇ ਭਵਨ 'ਚ ਅਸੀਂ ਲੈ ਕੇ ਆਣੇ ਆ। ਔਰ ਜਦੋਂ ਅਸੀਂ ਇਮਾਨਦਾਰੀ ਦੇ ਨਾਲ ਬੀਜਦੇ ਆ ਤੇ ਫਿਰ ਅਸੀਂ ਉਹਨੂੰ ਕੱਟਦੇ ਵੀ ਆ। ਔਰ ਜਦੋਂ ਪਰਮੇਸ਼ਰ ਨੇ ਦਿਖਾਇਆ ਕਿ ਮੈਂ ਪੂਰਾ ਨਹੀਂ ਬੀਜਿਆ, ਅੱਜ ਮੈਨੂੰ ਆਫਰ ਪਤਾ ਕਿੰਨੇ ਆ ਰਹੇ, 10,000 ਦੀ ਜੌਬ ਦੇ। ਕਿਉਂ 10,000 ਦੀ ਜੌਬ ਦੇ ਆਫਰ ਆ ਰਹੇ? ਕਿਉਂ? ਕਿਉਂਕਿ ਮੈਂ 1000 ਰੁਪਇਆ ਬੀਜਦੀ ਸੀ ਤੇ 10,000 ਦੀ ਜੌਬ ਦੇ ਆਫਰ ਆ ਰਹੇ। 5000 ਚੋਂ ਇਹ 1000 ਬੀਜਦੀ ਸੀ, 50,000 ਦੀ ਜਗ੍ਹਾ ਹੁਣ ਆਫਰ ਵੀ 10,000 ਦਾ ਹੁੰਦਾ। 25,000 ਰੁਪਇਆ ਮਹੀਨਾ ਇਹਨੂੰ ਉਦਾਂ ਸੀ, ਪੈਟਰੋਲ ਖਰਚਾ ਅਲੱਗ ਮਿਲਣਾ, ਫੋਨ ਦਾ ਖਰਚਾ ਅਲੱਗ ਮਿਲਣਾ, ਕੋਈ ਬੰਦਸ਼ ਨਹੀਂ ਸੀ ਇਹਦੇ ਉੱਤੇ, ਸਿੰਗਲ ਬੰਦਸ਼ ਨਹੀਂ ਸੀ ਕੰਮ ਦੇ ਉੱਤੇ। ਪਰ ਇਹਨੇ 1000 ਬੀਜਣਾ। ਅੱਜ ਆਫਰ ਉਹੀ ਕੰਪਨੀਆਂ ਜਿਹੜੀਆਂ ਕਹਿੰਦੇ ਸੀ 5000 ਵਧਾ ਕੇ ਦੇਵਾਂਗੇ ਸਾਡੀ ਕੰਪਨੀ ਜੁਆਇਨ ਕਰ, ਅੱਜ ਉਹੀ ਕੰਪਨੀਆਂ ਕਹਿ ਰਹੀਆਂ 10,000 ਤੋਂ ਵੱਧ ਨਹੀਂ ਦੇ ਸਕਦੀ। ਫਰੈਸ਼ਰ ਦੀ ਸੈਲਰੀ ਵੀ 10 ਤੋਂ 12,000 ਆ ਜਿਹਨੂੰ ਕੋਈ ਐਕਸਪੀਰੀਅੰਸ ਨਹੀਂ ਹੈਗਾ। ਹਾਲੇਲੂਇਆ। ਮਿਸਟੇਕ ਦੱਸਣ ਦਾ ਕਾਰਨ ਕੀ ਆ?